ਵਾਹਿਗੁਰੂ जी का खालसा वाहिगुरू जी की फतेह। मेरे तो पहला जो इत्थे कीर्तन करदे ਸਿੰਘਾਂ ने भूमिका बन्नी है तो जिन्हां सज्जणा ने मेरे बारे दस्या थोड़ा, उन्होंने कुछ शब्द कहे ने। हाँ, मैं तुहाडे नाल कुछ गल्लां करनियां ਜਿਹੜੀਆਂ ਮੈਨੂੰ लगता कि ਤੁਹਾਡੇ ਨਾਲ ਇੱਥੇ ਕਰਨੀਆਂ ਬਣਦੀਆਂ ਨੇ ਅੱਜ ਦੇ ਜ਼ਮਾਨੇ 'ਚ। ਉਹਦੇ 'ਚੋਂ ਹੋ ਸਕਦਾ ਤੁਹਾਨੂੰ ਕਈਆਂ ਨੂੰ ਲੱਗੇ ਕਿ ਇਹ ਗੱਲਾਂ ਦੂਰ ਪਾਰ ਦੀਆਂ ਜਾਂ ਟੇਢੀਆਂ ਵਿੰਗੀਆਂ ਹੋ ਰਹੀਆਂ ਨੇ, ਤਾਂ ਮੈਨੂੰ ਕੋਈ ਬਾਹਲੀ ਹੈਰਾਨੀ ਨਹੀਂ ਹੋਏਗੀ। ਅਕਸਰ ਇੱਦਾਂ ਹੋ ਜਾਂਦਾ ਹੈ ਕਿ ਸਾਰੇ ਮਨੁੱਖ ਇੱਕੋ ਹੀ ਤਰ੍ਹਾਂ ਨਹੀਂ ਸੋਚਦੇ ਹੁੰਦੇ। पर फिर भी मैं अपने चित्तों गुरु दरबार च वो गल्लां कहांगा जो मैनूं लगता है कि सही ने ते कहणियां चाहीदियां ने, जिन्हां दा मौका है। नवंबर 84 की गल मेरे तो पहलां करी गई है। शहीद बाबा दीप सिंह जी का नाम ही लिया गया। मैं ਤੁਹਾਨੂੰ 2-3 ਬੇਨਤੀਆਂ ਨੇ ਅੱਡੋ-ਅੱਡੀ ਕਰਨੀਆਂ ਜਿਹੜੀਆਂ ਆਪੋ ਜੁੜਦੀਆਂ ਹੋਣਗੀਆਂ ਥੋੜ੍ਹੀਆਂ ਜੀ। ਆਪਾਂ ਪਹਿਲਾਂ ਸ਼ੁਰੂ ਕਰਦੇ ਹਾਂ ਬੋਲੀ ਦੇ ਭਾਸ਼ਾ ਤੋਂ, ਕਿ ਜਦੋਂ ਅਸੀਂ ਗੱਲਾਂ ਕਰਦੇ ਹਾਂ ਕਿਸੇ ਵੀ ਤਰ੍ਹਾਂ ਦੀਆਂ ਜਾਂ ਵਿਚਾਰ ਕਰਦੇ ਹਾਂ ਤਾਂ ਮਨੁੱਖ ਹੈ ਜਿਹੜਾ ਉਹ ਲਫ਼ਜ਼ਾਂ ਦਾ ਮੁਹਤਾਜ ਹੈ, ਉਹ ਸ਼ਬਦਾਂ ਦੇ ਘੇਰੇ ਅੰਦਰ ਵਿਚਰਦਾ ਹੈ। ਤੁਸੀਂ ਧਰਮ ਦੀ ਗੱਲ ਕਰੋ, ਰਾਜਨੀਤੀ ਦੀ ਕਰੋ, ਵਪਾਰ ਦੀ ਕਰੋ, ਚਾਹੇ ਜੰਗ ਦੀ ਕਰੋ, ਜਿਹੜੀ ਵੀ ਗੱਲ ਤੁਸੀਂ ਕਰਨੀ ਹੈ ਉਹ ਸ਼ਬਦਾਂ ਦੀ ਮੁਹਤਾਜ ਹੈ। ਜਦੋਂ ਅਸੀਂ ਸ਼ਬਦ ਗੁਰੂ ਕਹਿੰਦੇ ਹਾਂ ਤਾਂ ਇਹ ਖਿਆਲ ਵੀ ਆਉਣਾ ਚਾਹੀਦਾ ਹੈ ਕਿ ਬੰਦੇ ਦੀ ਕੁੱਲ ਹਸਤੀ ਸ਼ਬਦ ਦੇ ਘੇਰੇ 'ਚ ਹੀ ਵਿਚਰਦੀ ਹੈ। इस कायनात च जदों असीं कहंदे हां कि मनुख सर्वोत्तम है, बंदे की सिकदारी इस धरती ते, तद ये सिकदारी ये सर्वोत्तमता शब्दां करके है। मते ख्याल रहना कि बंदे का दिमाग तेज है तां करके है। हुण तुसीं सारे TV चैनलों वेखदे हो, तुहानूं सारिआं नूं पता है कि साइंस ने विग्यान ने सिद्ध करता है कि होर जीवां कोले बंदे नालों तेज़ दिमाग भी है, ਉਹਦਾ अंदाज़ा भी ਤੁਹਾਡੇ ਨਾਲੋਂ तेज़ है, ਉਹਦੇ ਸਰੀਰ ਦੀ ਫੁਰਤੀ ਵੀ ਤੁਹਾਡੇ ਨਾਲੋਂ ਜ਼ਿਆਦਾ ਹੈ, ਤਾਕਤ ਵੀ ਜ਼ਿਆਦਾ ਹੈ। ਪਰ ਬੰਦਾ ਸਾਰੇ ਜੀਵਾਂ 'ਤੇ ਭਾਰੂ ਪਿਆ ਤਾਂ ਇਹ ਸ਼ਬਦਾਂ ਕਰਕੇ ਹੈ। ਕਿਉਂਕਿ ਹਜ਼ਾਰਾਂ ਸਾਲਾਂ ਤੋਂ ਉਹ ਜਾਨਵਰ ਆਪਣੇ ਉਹਨਾਂ ਗੁਣਾਂ ਨਾਲ ਜਿਉਂਦੇ ਆ ਰਹੇ ਨੇ। ਮੈਂ ਲਗਭਗ ਹਰ ਥਾਂ ਇਹ ਗੱਲ ਕਹਿੰਦਾ कि हज़ारां बरे पहलां बिजड़ा इन्ना ही सोहना आलना बुनदा सी जिन्ना अज बुनदा है। पर बंदे कोले हज़ारां बरे पहलां इन्ने लंमियां छत्तां वाले मकान नहीं सी, इन्नियां सोहणियां छत्तां वाले मकान नहीं सन। ये सारा जिहड़ा किसी भी तरह का विकास है, जिहड़ी तरक्की है, जिहड़ी वो सारी शब्दां दे अधीन है। तुसीं जो सुनिया, वेखिया, समझिया, सोचिया, वो अपनी अगली नस्ल नूं शब्दां राहीं संभाया। इस करके शब्द गुरु के रूप च एक अर्थ ये है, मैं एक अर्थ कह रहा। अगली गल, जदों असीं हुण गल करांगे तां शब्दां नूं समझीदा किद्दां है, जां शब्दां नूं इस तों भी पहलां वरतीदा किद्दां है। पंजाबी का एक बहुत मशहूर कवि सी डॉक्टर हरभजन सिंह दिल्ली वाला, उन्हें कहा कि शब्दां नूं इंज वरत्या करो जिद्दां कंजूस बाणीए दा पुत्त पैसे वरतदा है। जां पंजाबी की एक कहावत है कि पहलां तोलो फिर बोलो। शब्दां नूं सोच के बोलना चाहिए है। साडी परंपरा कहती है घट बोलना चाहिए है, हौली बोलना चाहिए है, मिठा बोलना चाहिए। ये सारियां गल्लां
ਜਦੋਂ ਅਸੀਂ ਜੋੜਦੇ ਹਾਂ ਤਾਂ ਉਹਨੂੰ ਕਹਿੰਦੇ ਹਾਂ ਪ੍ਰਸੰਗ। ਤੁਸੀਂ ਇਤਿਹਾਸ 'ਚੋਂ ਕੋਈ ਵਾਕਿਆ ਸੁਣਾਉਂਦੇ ਹੋ, ਗੁਰਬਾਣੀ ਦੀ ਵਿਆਖਿਆ ਕਰਦੇ ਹੋ, ਜ਼ਿੰਦਗੀ ਦਾ ਤਜਰਬਾ ਦੱਸਦੇ ਹੋ, ਕੋਈ ਮੁਹਾਵਰਾ ਬੋਲਦੇ ਹੋ, ਕੋਈ ਚੁਟਕਲਾ ਸੁਣਾਉਂਦੇ ਹੋ, ਈਵਨ ਕਿਸੇ ਨਾਲ ਲੜ ਪੈਂਦੇ ਹੋ, ਹਰ ਇੱਕ ਗੱਲ ਦਾ ਪ੍ਰਸੰਗ ਹੁੰਦਾ ਹੈ। ਜੇ ਕਿਸੇ ਵੀ ਸ਼ਬਦ ਨੂੰ ਉਹਦੇ ਪ੍ਰਸੰਗ ਤੋਂ ਬਾਹਰ ਕੱਢ ਲਿਆ ਜਾਏ ਤਾਂ ਉਹਦੇ ਅਰਥਾਂ ਦਾ ਅਨਰਥ ਹੋ ਜਾਂਦਾ ਹੈ। ਪਹਿਲਾਂ ਮੈਂ ਇਹ ਗੱਲ ਕਰਾਂਗਾ ਇਹਦੇ ਬਾਰੇ 'ਚ ਗੁਰਬਾਣੀ ਦੀ ਇੱਕ। ਤੁਸੀਂ ਇਤਿਹਾਸ ਨੂੰ, ਹੁਣ ਦੇ ਇਤਿਹਾਸ ਨੂੰ ਯਾਦ ਕਰਨਾ ਹੈ, ਬੀਤੇ ਨੂੰ ਯਾਦ ਕਰਨਾ ਹੈ। ਤੁਹਾਡੇ ਕੋਲੇ ਇਤਿਹਾਸ ਵੀ ਹੈ, ਗੁਰਬਾਣੀ ਵੀ ਹੈ। ਦੋਨਾਂ ਲਈ ਤੁਸੀਂ ਸ਼ਬਦਾਂ ਦੇ ਮੁਹਤਾਜ ਹੋ ਅਤੇ ਸ਼ਬਦ ਵੀ ਤੁਹਾਡੇ ਆਪਣੀ ਵਿਰਾਸਤ ਦੇ। ਇਸ ਲਈ ਤੁਹਾਨੂੰ ਬੇਨਤੀ ਇਹ ਹੈ ਭਾਸ਼ਾ ਦੇ ਮਾਮਲੇ 'ਚ ਕਿ ਪੰਜਾਬੀ ਤੁਹਾਡੇ ਲਈ ਸਭ ਤੋਂ ਜ਼ਰੂਰੀ ਸ਼ੈ ਹੈ ਇਸ ਥਾਂ 'ਤੇ। ਮੈਂ ਜਿੰਨਾ ਕੁ ਵੇਖਿਆ, ਜਿੰਨਾ ਕੁ ਸਮਝਿਆ, ਉਹਦੇ ਹਿਸਾਬ ਨਾਲ ਗੱਲ ਕਰਦਾ। ਹੋ ਸਕਦਾ ਹੈ ਗੱਲ ਗਲਤ ਹੋਏ, ਪਰ ਮੈਂ ਭਾਸ਼ਾ ਦਾ ਵਿਦਿਆਰਥੀ ਹਾਂ। ਮੇਰਾ ਖੇਤਰ ਇਹੀ ਹੈ ਕਿ ਇੱਥੇ ਜੋ ਤੁਹਾਡੇ ਪੁੱਤ ਪੋਤਰੇ ਜਾਂ ਪੜੋਤਰੇ ਨੇ ਕਈਆਂ ਦੇ, ਉਹਨਾਂ ਸਾਰਿਆਂ ਦੀ ਬੋਲੀ ਵੇਖੋ। ਤੁਸੀਂ ਜਿਹੜੀ ਉਹਨਾਂ ਨੂੰ ਪੰਜਾਬੀ ਸਿਖਾ ਰਹੇ ਹੋ ਉਹ ਸਿਰਫ ਗੱਲਬਾਤ ਜੋਗੀ ਹੈ। ਜਿੰਨੀ ਸਿੱਖੀ ਸਿਖਾਉਣਾ ਹੀ ਚਾਹੁੰਦੇ ਹੋ ਉਹਦੇ ਵਾਸਤੇ ਤੁਹਾਡੀ ਸਿਖਾਈ ਜਾ ਰਹੀ ਪੰਜਾਬੀ ਕਾਫੀ ਨਹੀਂ ਹੈ। ਜਿਹੜੇ ਮਿਹਨਤ ਕਰ ਰਹੇ ਨੇ, ਤੁਹਾਡੀ ਮਿਹਨਤ ਸਿਰ ਮੱਥੇ ਹੈ, ਉਹਨਾਂ ਨੂੰ ਸ਼ਾਸ਼ੇ ਹੈ। ਪਰ ਮੈਂ ਕਹਿ ਰਿਹਾ ਕਿ ਇੰਨਾ ਕਾਫੀ ਨਹੀਂ ਹੈ। ਜੋ ਪੰਜਾਬ ਤੋਂ ਜੰਮ ਕੇ ਆਏ ਨੇ ਉਹਨਾਂ ਨੂੰ ਗੁਰਬਾਣੀ, ਇਤਿਹਾਸ ਜਿੱਦਾਂ ਸਮਝ ਪੈਂਦਾ ਹੈ, ਤੁਹਾਡੇ ਬੱਚਿਆਂ ਨੂੰ ਉੱਦਾਂ ਨਹੀਂ ਪੈ ਰਿਹਾ। ਤੁਸੀਂ ਆਪਣੇ ਬੱਚਿਆਂ ਨਾਲ ਜਿਹੜੀ ਗੱਲਬਾਤ ਕਰਦੇ ਹੋ, ਮੈਂ ਦੇਖਦਾ ਕਈ ਘਰਾਂ 'ਚ ਕਿ ਮਾਂ-ਬਾਪ ਪੰਜਾਬੀ 'ਚ ਗੱਲ ਕਹਿੰਦੇ ਆ, ਜਵਾਕ ਅੱਗੋਂ ਅੰਗਰੇਜ਼ੀ ਬੋਲਦਾ। ਮੈਂ ਕੋਈ ਅੰਗਰੇਜ਼ੀ ਦੇ ਖਿਲਾਫ ਨਹੀਂ ਹੈਗਾ। ਸਿਖਾਓ ਭਾਵੇਂ 10 ਜ਼ੁਬਾਨਾਂ ਬੱਚੇ ਨੂੰ, ਪਰ ਜੇ ਤੁਸੀਂ ਚਾਹੁੰਦੇ ਹੋ ਵੀ ਉਹ ਸਿੱਖ ਰਹਿਣ ਜਾਂ ਪੰਜਾਬ ਨਾਲ ਜੁੜੇ ਰਹਿਣ, ਜਿਨ੍ਹਾਂ ਨੂੰ ਸਿੱਖ ਨਹੀਂ ਹੋਣਾ ਕੋਈ ਗੱਲ ਨਹੀਂ, ਧੱਕਾ ਕੋਈ ਨਹੀਂ, ਪਰ ਉਹਨਾਂ ਦੋਨਾਂ ਨੂੰ ਜਾਂ ਸਾਰਿਆਂ ਨੂੰ ਪੰਜਾਬੀ ਤੋਂ ਬਿਨਾਂ ਹੋਰ ਰਾਹ ਕੋਈ ਨਹੀਂ ਹੈਗਾ। ਉੱਦਾਂ ਸਿਖਾਉਣ ਦੀ ਇੱਛਾ ਰੱਖਣੀ ਹੋਰ ਗੱਲ ਹੈ, ਪਰ ਇਹਦਾ ਮੁੱਲ ਪਤਾ ਹੋਵੇ ਕਿ ਇਹਦਾ ਮੁੱਲ ਹੈ ਕਿੰਨਾ। ਇੱਥੇ ਮੇਰੇ ਤੋਂ ਪਹਿਲਾਂ ਹੁਣੇ ਇਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਦੇ ਵੇਲੇ ਦਾ ਜ਼ਿਕਰ ਕੀਤਾ। ਵਧੀਆ ਕੀਤਾ, ਮੈਨੂੰ ਗੱਲ ਕਰਨ ਦੇ ਵਾਸਤੇ ਥਾਂ ਦਿੱਤੀ ਆ। ਗੁਰੂ ਨਾਨਕ ਸਾਹਿਬ ਦੀ ਬਾਣੀ 'ਚੋਂ ਕੁਝ ਪੰਕਤੀਆਂ ਨੇ। ਮੈਂ ਉਸ ਗੱਲ 'ਤੇ ਇੱਕ ਵਾਰੀ ਇੱਕ ਲੇਖ ਲਿਖਿਆ ਸੀ ਕਿ ਜਿਹੜੀ ਮਾਂ ਬੋਲੀ ਹੈ ਉਹਦਾ ਮੁੱਲ ਕਿਵੇਂ ਦਾ। ਇੱਕ ਪੰਕਤੀ ਸੀ, ਖੱਤਰੀਆ ਤਾਂ ਧਰਮ ਛੋੜਿਆ, ਮਲੇਛ ਭਾਖਿਆ ਗਹੀ। ਤਾਂ ਮੈਨੂੰ ਇਹ ਨਹੀਂ ਸਮਝ ਆਉਂਦਾ ਸੀ ਵੀ ਇਸ ਪੰਕਤੀ ਦਾ ਭਾਵ ਕੀ ਹੈ। ਵੀ ਖੱਤਰੀਆਂ ਨੇ ਧਰਮ ਛੱਡਤਾ, ਮਲੇਛਾਂ ਦੀ ਬੋਲੀ ਧਾਰਨ ਕਰ ਲਈ। ਇਹ ਦੋ ਗੱਲਾਂ ਇੱਕੋ ਪੰਕਤੀ 'ਚ ਬਣਿਆ ਕੀ ਇਹ? ਤਾਂ ਜੋ ਮੈਨੂੰ ਸਮਝ ਪਿਆ ਉਹ ਤੁਹਾਡੇ ਨਾਲ ਸਾਂਝਾ ਕਰਦਾ ਕਿ ਜਦੋਂ ਤੁਸੀਂ ਆਪਣੀ ਬੋਲੀ ਬਦਲਦੇ ਹੋ ਤਾਂ ਇਕੱਲੀ ਬੋਲੀ ਨਹੀਂ ਬਦਲਦੀ, ਤੁਹਾਡਾ ਕਿਰਦਾਰ ਬਦਲ ਜਾਂਦਾ ਹੈ, ਤੁਹਾਡੀ ਔਕਾਤ ਬਦਲ ਜਾਂਦੀ ਹੈ। ਕਿਉਂਕਿ ਬੋਲੀ ਬੰਦੇ ਨੂੰ ਘੜਦੀ ਹੈ ਜੀ। ਤੁਸੀਂ ਇੱਕ ਇੱਕ ਸ਼ਬਦ ਬੋਲਦੇ ਹੋ। ਮੈਂ ਪਿੱਛੇ ਵੀ ਜਿੱਦੇ ਬੋਲ ਕੇ ਆਇਆ ਸੀ ਉੱਥੇ ਮਿਸਾਲ ਦਿੱਤੀ ਸੀ ਇਸ ਗੱਲ ਦੀ ਕਿ ਅਸੀਂ ਕਹਿੰਦੇ ਦਿੱਲੀ ਦੰਗੇ, ਚਲੋ ਦੰਗਿਆਂ ਤੋਂ ਬਦਲ ਕੇ ਨਸਲਕੁਸ਼ੀ ਕਰ ਲਈ, ਉਹ ਵਿੱਚ ਦਿੱਲੀ ਫਿਰ ਰਹਿ ਗਈ ਉਹਦੇ 'ਚ। ਮੇਰੇ ਤੋਂ ਪਹਿਲਾਂ ਹੁਣੇ ਬਲ ਸਾਹਿਬ ਨੇ ਕਿਹਾ ਵੀ ਦਿੱਲੀ ਨਸਲਕੁਸ਼ੀ, ਉਹ ਸਾਰੇ ਦੇਸ਼ ਕਿਉਂ ਨਹੀਂ ਫੈਲਦੀ ਗੱਲ? ਬੰਦੇ ਦੀ ਭਾਵਨਾ ਮਾੜੀ ਨਹੀਂ ਹੈਗੀ, ਪਤਾ ਕਿ ਉਹ ਦਿਲ 'ਚੋਂ ਬੋਲਦੇ ਨੇ, ਪਰ ਬੋਲਾਂ ਦੀ ਅਹਿਮੀਅਤ ਕਿੰਨੀ ਹੈ। ਤੁਸੀਂ ਦਿੱਲੀ ਦੀ ਨਸਲਕੁਸ਼ੀ ਕਹਿੰਦੇ ਹੋ, ਸਿੱਖਾਂ ਦੀ ਕਹਿੰਦੇ ਹੋ, ਬੜਾ ਫਰਕ ਪੈਂਦਾ, ਬਹੁਤ ਫਰਕ ਪੈਂਦਾ ਹੈ। ਇਸ ਕਰਕੇ ਤੁਸੀਂ ਇਤਿਹਾਸ ਹੁਣ ਦਾ ਪੜ੍ਹਾਓ, ਪੁਰਾਣਾ ਪੜ੍ਹਾਓ, ਜਿਹੜਾ ਮਰਜ਼ੀ ਪੜ੍ਹਾਓ, ਪਰ ਇੱਕ ਵੀ ਸ਼ਬਦ ਜੋ ਬੱਚੇ ਨੂੰ ਤੁਸੀਂ ਸਿਖਾ ਰਹੇ ਹੋ
ਜਾਂ ਆਪ ਸੰਗਤ ਸਾਹਮਣੇ ਕਹਿ ਰਹੇ ਹੋ, ਉਹਦੇ 'ਤੇ ਧਿਆਨ ਰਹੇ। ਕਿਉਂਕਿ ਇੱਕੋ ਹੀ ਸ਼ਬਦ ਇੱਧਰ ਉੱਧਰ ਹੋਇਆ अर्थ बदल जाते हैं। बहुत मशहूर ये शेर है, पंक्तियाँ भी है कि हम दुआ लिखते रहे वो दगा पढ़ते रहे, एक नुक्ते ने महरम से मुजरम कर दिया। ਇੱਕੋ ਹੀ ਗੱਲ ਨਾਲ ਗੱਲਾਂ ਕਿਤੇ ਜਾ ਡਿੱਗਦੀਆਂ ਨੇ। ਜਦੋਂ ਕਿਹਾ ਜਾਂਦਾ ਨਾ ਸੰਗਤ ਜੀ ਬਿਰਤੀ ਇਕਾਗਰ ਕਰੋ, ਇਹਦਾ ਮਤਲਬ ਇਹੀ ਹੁੰਦਾ ਕਿ ਨਹੀਂ ਤਾਂ ਬੋਲਣ ਵਾਲੇ ਤੁਸੀਂ ਮੰਦੀ ਹਾਲਤ ਕਰ ਦਿਓਗੇ। ਘੰਟੇ ਦੇ ਬੋਲੇ 'ਚੋਂ ਇੱਕ ਐਸੀ ਗੱਲ ਫੜ ਲਓਗੇ ਜਿਹੜੀ ਪ੍ਰਸੰਗ ਤੋਂ ਬਾਹਰ ਕੱਢ ਲਓਗੇ, ਅਰਥਾਂ ਦਾ ਅਨਰਥ ਹੋ ਜਾਏਗਾ। ਮੈਂ ਤੁਹਾਨੂੰ ਇਹਦੀਆਂ ਮਿਸਾਲਾਂ ਦਿੰਦਾ ਗੁਰਬਾਣੀ 'ਚੋਂ। ਹੋ ਸਕਦਾ ਤੁਹਾਡੇ ਜੋ ਕੋਈ ਸਹਿਮਤ ਨਾ ਹੋਵੇ, ਕੋਈ ਗੱਲ ਨਹੀਂ ਹੈਗੀ, ਕਿਉਂਕਿ ਗੁਰਬਾਣੀ ਦੇ ਅਰਥਾਂ ਦੀ ਕੋਈ ਬੰਦਾ ਦਾਅਵੇਦਾਰੀ ਕਰ ਨਹੀਂ ਸਕਦਾ। ਜੇ ਕਰਦਾ ਤਾਂ ਸ਼ਾਇਦ ਕੋਈ ਵੱਡਾ ਨੁਕਸ ਹੈ ਉਹਦੇ 'ਚ। ਸਾਡੇ ਜਿਨ੍ਹਾਂ ਬੰਦਿਆਂ ਨੂੰ ਵਿਗਿਆਨ ਦਾ, ਸਾਇੰਸ ਦਾ ਬੁਖਾਰ ਹੋਇਆ ਉਹਨਾਂ ਨੂੰ ਲੱਗਦਾ ਕਿ ਗੁਰਬਾਣੀ ਤਾਂ ਹੀ ਸਹੀ ਹੈ ਜੇ ਅਸੀਂ ਕਹੀਏ ਵੀ ਗੁਰਬਾਣੀ 'ਚ ਵਿਗਿਆਨ ਹੈ। ਸਾਡੇ ਕਈ ਬੰਦਿਆਂ ਨੂੰ ਲੱਗਦਾ ਉਹ ਗੁਰਬਾਣੀ 'ਚੋਂ ਸਾਇੰਸ ਕੱਢ ਕੇ ਬਹੁਤ ਖੁਸ਼ ਮਹਿਸੂਸ ਹੁੰਦੇ ਨੇ, ਲੱਗਦਾ ਕਿ ਤਾਂ ਅਸੀਂ ਬਚਾਂਗੇ ਦੁਨੀਆ ਸਾਹਮਣੇ। ਉਹ ਬੰਦੇ ਪੰਕਤੀਆਂ ਪੇਸ਼ ਕਰਦੇ ਨੇ ਕਿ ਦੇਖੋ ਜੀ ਦੁਨੀਆ ਦੇ ਪੈਦਾ ਹੋਣ ਬਾਰੇ ਗੁਰਬਾਣੀ ਦਾ ਖਿਆਲ ਹੈ, ਸਾਚੇ ਤੇ ਪਵਨਾ ਭਇਆ, ਪਵਨ ਹੈ ਤੇ ਜਲ ਹੋਏ, ਜਲ ਤੇ ਤ੍ਰਿਪ ਭਵਨ ਸਾਜਿਆ, ਘਟ ਘਟ ਜੋਤ ਸਮੋਏ। ਇਹ ਪੰਕਤੀ ਜਿੰਨੇ ਵੀ ਸਿੱਖਾਂ ਦੇ ਵਿਦਵਾਨ ਵਿਗਿਆਨ ਦੀ ਗੱਲ ਕਰਦੇ ਨੇ ਇਹਦਾ ਜ਼ਰੂਰ ਹਵਾਲਾ ਦਿੰਦੇ ਨੇ। ਤੇ ਮੈਂ ਕਹਿੰਦਾ ਪ੍ਰਸੰਗ ਸਮਝੋ ਹੁੰਦਾ ਤਨ ਜਲ ਬਲ ਮਾਟੀ ਭਇਆ, ਮਨ ਮਾਇਆ ਮੋਹ ਮਨੂਰ। ਜਿਹੜੀ ਪੰਕਤੀ ਅਸੀਂ ਸੁਣਾ ਰਹੇ ਹਾਂ, ਜਿਹੜਾ ਬੰਦ ਸੁਣਾ ਰਹੇ ਹਾਂ, ਉਹਦੇ ਤੋਂ ਅੱਗੇ ਇੱਕ ਪੰਕਤੀ ਨਹੀਂ ਬੋਲਦੇ। ਘਟ ਘਟ ਜੋਤ ਸਮੋਏ ਤੋਂ ਅੱਗੇ ਪੰਕਤੀ ਹੈ, ਨਿਰਮਲ ਮੈਲਾ ਨਾ ਥੀਐ। ਉਹ ਕਿੱਥੇ ਹੈ? ਉਹਦੇ 'ਚ ਕਿਹੜੀ ਸਾਇੰਸ ਹੈ? ਉਹ ਸ਼ਬਦ ਦਾ ਪ੍ਰਸੰਗ ਮਨ ਹੈ। ਉੱਥੇ ਮਨ ਦੀ ਗੱਲ ਹੋ ਰਹੀ ਹੈ, ਸਾਇੰਸ ਦੀ ਗੱਲ ਨਹੀਂ ਹੋ ਰਹੀ। ਕਿ ਜਿਹੜਾ ਮਨ ਮਨੂਰ ਵਰਗਾ ਸੀਗਾ ਉਹ ਸੱਚੇ ਨਾਲ ਲੱਗ ਕੇ ਪਾਣੀ ਵਰਗਾ ਹੋ ਗਿਆ, ਦਰਬ ਗਿਆ। ਫਿਰ ਸਾਰੀ ਦੁਨੀਆ ਮੋੜ ਕੇ ਨਵੇਂ ਰੂਪ 'ਚ ਦਿਸੀ। ਜਦੋਂ ਫਿਰ ਉਹ ਨਿਰਮਲ ਹੋ ਗਿਆ, ਮੁੜ ਕੇ ਉਹਨੂੰ ਮੈਲ ਨਹੀਂ ਲੱਗਦੀ। ਗੱਲ ਉਹ ਮਨ ਦੀ ਹੋ ਰਹੀ ਹੈ, ਦੁਨੀਆ ਦੀ ਪੈਦਾਇਸ਼ ਦੀ ਨਹੀਂ ਹੋ ਰਹੀ। ਸਾਡੇ ਸੱਜਣਾ ਨੇ ਜਿਨ੍ਹਾਂ ਨੇ ਮਿਹਨਤ ਕੀਤੀ ਹੈ ਉਹਨਾਂ ਨੇ ਮਾੜੀ ਮਨਸ਼ਾ ਨਾਲ ਨਹੀਂ ਕੀਤੀ, ਮੈਂ ਸਮਝਦਾ। ਪਰ ਬਾਣੀ ਦੀਆਂ ਪੰਕਤੀਆਂ ਨੂੰ ਪ੍ਰਸੰਗ ਤੋਂ ਬਾਹਰ ਕੱਢ ਲਿਆ, ਅਰਥਾਂ ਦਾ ਅਨਰਥ ਹੋ ਗਿਆ। ਔਰ ਇਸ ਗੱਲ ਦੀ ਇੱਕ ਨਹੀਂ ਕਈ ਸੈਂਕੜੇ ਮਿਸਾਲਾਂ ਨੇ। ਜੇ ਅਸੀਂ ਸਿੱਖ ਕਹਾ ਕੇ ਵੀ ਗੁਰਬਾਣੀ ਦੀ ਹਾਲਤ ਕਰਦੇ ਹਾਂ ਤਾਂ ਆਮ ਜ਼ਿੰਦਗੀ 'ਚ ਬਾਕੀ ਗੱਲਾਂ ਤਾਂ ਅਸੀਂ ਕੀ ਕਰਦੇ ਹੋਵਾਂਗੇ? ਇਹਦਾ ਧਿਆਨ ਚਾਹੀਦਾ। ਜਿੰਨਾ ਚਿਰ ਜਿਹੜੀ ਭਾਸ਼ਾ 'ਚ ਮੈਂ ਗੱਲ ਕਰ ਰਿਹਾ ਜੇ ਮੈਨੂੰ ਪੂਰੀ ਨਹੀਂ ਆਉਂਦੀ ਤਦ ਉਹਦਾ ਬਣੂਗਾ ਕੀ? ਹੁਣ ਜਦੋਂ ਅਸੀਂ ਸੌਖ ਵਾਸਤੇ ਗੁਰਬਾਣੀ ਨੂੰ ਹਿੰਦੀ 'ਚ ਜਾਂ ਅੰਗਰੇਜ਼ੀ 'ਚ ਲਿਖ ਦਿੰਦੇ ਹਾਂ ਵੀ ਸਿੱਖੀ ਫੈਲ ਜਾਏਗੀ, ਠੀਕ ਹੈ, ਕੁਝ ਸਹਾਇਤਾ ਹੋ ਸਕਦੀ, ਪਰ ਗੱਲ ਭੁੱਲਣੀ ਨਹੀਂ ਚਾਹੀਦੀ ਕਿ ਜੋ ਕੁਝ ਨੇ ਜਿਨ੍ਹਾਂ ਅੱਖਰਾਂ 'ਚ ਆਖਿਆ ਨਾ ਉਹ ਉਸੇ ਭਾਸ਼ਾ ਰਾਹੀਂ ਸਮਝ ਆਏਗਾ, ਹੋਰ ਰਾਹੀਂ ਨਹੀਂ ਆਏਗਾ। ਮੰਨ ਲਓ ਮੈਂ ਕਹਿੰਦਾ ਪੱਗ, ਪੱਗ ਦੇ ਜਿਹੜੇ ਅਰਥ ਪੰਜਾਬੀ 'ਚ ਨੇ ਉਹਦੇ 'ਤੇ ਅੰਗਰੇਜ਼ੀ 'ਚ ਲੇਖ ਲਿਖ ਦਿਓ ਨਾ ਤਦ ਵੀ ਗੱਲ ਨਹੀਂ ਬਣਦੀ। ਤੁਸੀਂ ਜਵਾਕ ਨੂੰ ਪੰਜਾਬੀ ਸਿਖਾ ਕੇ ਪੱਗ ਸਮਝਾਓਗੇ ਤਾਂ ਸਮਝ ਆਊਗੀ। ਪੱਗ ਨਾਲ 100 ਮੁਹਾਵਰਾ ਜੁੜਿਆ ਹੋਇਆ ਹੈ, ਪੱਗ ਬਟਾਉਣੀ, ਪੱਗ ਲਾਉਣੀ, ਪੱਗ ਨੂੰ ਦਾਗ ਲੱਗਣਾ, ਪੱਗ ਤੇਰੀ ਕੀ ਜਹਾਂਗੀਰ ਦੀ। ਵੀ ਇਹ ਹੈਟ ਹੁੰਦਾ ਹੈ ਪ੍ਰਿੰਸਲੀ ਜਾਂ ਇਹ ਟਰਬਨ ਹੈ। ਭਾਈ ਟਰਬਨ ਦੀ ਹਿਸਟਰੀ ਹੋਰ ਹੈ ਇੱਥੇ, ਪੱਗ ਦੀ ਹੋਰ ਹੈ ਉੱਥੇ। ਇਸ ਕਰਕੇ ਭਾਸ਼ਾ ਤੁਹਾਡੇ ਲਈ ਇੱਥੇ, ਬੋਲੀ ਤੁਹਾਡੇ ਲਈ ਇੱਥੇ ਸਭ ਤੋਂ ਜ਼ਰੂਰੀ ਪਹਿਲਾ ਕਰਮ ਹੈ। ਤੁਸੀਂ ਤਾਂ ਹੀ ਅਗਲੀ ਪੀੜ੍ਹੀ ਤੱਕ ਆਪਣੀ ਗੱਲ ਪਹੁੰਚਦੀ ਕਰ ਸਕੋਗੇ। ਇਤਿਹਾਸ ਦੀ ਵੀ, ਗੁਰਬਾਣੀ ਦੀ ਵੀ।
ਇਹਦੇ ਬਾਰੇ ਜਿੰਨੀ ਚਰਚਾ ਹੋ ਜਾਏ ਥੋੜ੍ਹੀ ਰਹੇਗੀ। ਜਿੰਨੇ ਸਾਡੇ ਕੋਲੇ ਟੀਕੇ ਨੇ ਉਹ ਹੋ ਗਏ ਨੇ, ਥੋੜ੍ਹੇ ਨੇ ਉਹ ਵੀ। ਜੋ ਇਤਿਹਾਸ ਬਾਰੇ ਚਰਚਾ ਹੋ ਗਈ ਉਹ ਵੀ ਥੋੜ੍ਹੀ ਹੈ। ਹਾਂ, ਪਿਛਲੇ ਦੀਵਾਨ 'ਚ ਮੈਂ ਬੇਨਤੀ ਕਰਕੇ ਆਇਆ ਸੀਗਾ ਕਿ ਅਸੀਂ ਜਦੋਂ ਗੱਲ ਕਰਦੇ ਹਾਂ ਹੁਣ ਦੇ ਇਤਿਹਾਸ ਬਾਰੇ, ਤਾਂ ਮੇਰੇ ਤੋਂ ਪਹਿਲਾਂ ਵੈਸੇ ਕਿਹਾ ਗਿਆ ਉਹ ਕੁਝ ਮੈਂ ਦੁਹਰਾਉਣਾ ਕਿ ਸਾਡੇ ਸ਼ਬਦ ਥੋੜ੍ਹੇ ਸੰਤੁਲਨ 'ਚ ਹੋਣੇ ਚਾਹੀਦੇ ਨੇ, ਥੋੜ੍ਹੇ ਨਿਮਰ ਕਿਸਮ ਦੇ, ਸੰਜੀਦਾ ਕਿਸਮ ਦੇ ਹੋਣੇ ਚਾਹੀਦੇ ਨੇ। ਕੁਝ ਸੱਜਣਾਂ ਨੂੰ ਉੱਥੇ ਇਤਰਾਜ਼ ਹੋਇਆ ਕਿ ਮੈਂ ਇੱਦਾਂ ਕਿਉਂ ਕਿਹਾ ਇੰਦਰਾ ਗਾਂਧੀ ਦੇ ਬਾਰੇ 'ਚ ਜਾਂ ਕਿਸੇ ਹੋਰ ਦੇ ਬਾਰੇ 'ਚ। ਮੇਰੀ ਬੇਨਤੀ ਸੀ ਕਿ ਅਸੀਂ ਜਦੋਂ ਕਹਿੰਦੇ ਹਾਂ ਵੀ ਸੋਧਾ ਲਾਇਆ, ਅਸੀਂ ਸਵਾਦ ਲੈਂਦੇ ਹਾਂ ਉਹਦੇ 'ਚੋਂ। ਇਤਿਹਾਸ ਉਹੀ ਰਹੇਗਾ ਕਿ ਤੁਹਾਡੇ ਕੁਝ ਸੂਰਮਿਆਂ ਨੇ ਇੱਕ ਕਰਮ ਕੀਤਾ ਜਿਹਨੂੰ ਤੁਸੀਂ ਸਦੀਆਂ ਸਦੀਆਂ ਯਾਦ ਕਰੋਗੇ। ਪਰ ਜਦੋਂ ਅਗਲੀ ਪੀੜ੍ਹੀ ਨੂੰ ਇਹੀ ਸੁਨੇਹਾ ਦੇਣਾ ਹੈ, ਇਹਦਾ ਤਰੀਕਾ ਬਦਲ ਗਿਆ ਜੀ। ਦੂਜਾ, ਅਸੀਂ ਜਿੰਨੀ ਗੱਲ ਕਰਨੀ ਹੈ ਜੇ ਉਹ ਪੜਚੋਲ ਲਈਏ ਇੱਕ ਵਾਰੀ ਕਹਿਣ ਤੋਂ ਪਹਿਲਾਂ, ਤਾਂ ਉਹਦਾ ਫਾਇਦਾ ਬੜਾ ਹੋ ਜਾਂਦਾ ਹੈ। ਕਿ ਇੱਕ ਇਤਿਹਾਸ ਬਦਲੇ ਵਜੋਂ ਕਿ ਅਸੀਂ ਬਦਲਾ ਲਿਆ, ਤਦ ਸਾਰਾ ਇਤਿਹਾਸ, ਸਾਰੇ ਸੂਰਮੇ, ਸਾਰੇ ਜਰਨੈਲ ਇੱਕ ਤਰ੍ਹਾਂ ਦੇ ਦੁਸ਼ਮਣ ਦੇ ਰੂਪ 'ਚ ਨਜ਼ਰ ਆਉਂਦੇ ਨੇ। ਫਿਰ ਤੁਸੀਂ ਉਹਨਾਂ ਨੂੰ ਗੁਰਬਾਣੀ ਦੀਆਂ ਪੰਕਤੀਆਂ ਨਾਲ ਸੱਚੇ ਸਿੱਧ ਨਹੀਂ ਕਰ ਸਕਦੇ। ਅਸੀਂ ਜਦੋਂ ਬਾਣੀ ਦੀ ਪੰਕਤੀ ਪੜ੍ਹਦੇ ਹਾਂ ਨਾ ਕਿ ਭੈ ਕਾਹੂ ਕੋ ਦੇਤ ਨਹਿ, ਭੈ ਕਾਹੂ ਕੋ ਦੇਤ ਨਹਿ, ਜਿਹੜਾ ਦੁਸ਼ਮਣੀ 'ਚ ਆਉਂਦਾ ਹੈ ਉਹ ਤਾਂ ਡਰਾਉਂਦਾ ਜੀ। ਦੁਸ਼ਮਣੀ ਦਾ ਮਤਲਬ ਹੋਰ ਕੀ ਹੈ ਕਿ ਇੱਕ ਧਿਰ ਦੂਜੇ ਨੂੰ ਡਰਾਉਂਦੀ ਪਈ ਹੈ। ਦੂਜੇ ਪਾਸੇ ਕੋਈ ਵੀ ਹੋਵੇ, ਅੰਗਰੇਜ਼ ਹੋਵੇ, ਮੁਗਲ ਹੋਵੇ, ਮਨੂਵਾਦੀ ਬ੍ਰਾਹਮਣ ਨੇ ਉਹ ਹੋਣ, ਜਾਂ ਕੋਈ ਵੀ ਆ ਸਕਦਾ ਹੈ, ਉਹ ਆਪਣਾ ਕਿਰਦਾਰ ਜਿਵੇਂ ਮਰਜ਼ੀ ਨਿਭਾਏ, ਅਸੀਂ ਉਹਨੂੰ ਮਜਬੂਰ ਨਹੀਂ ਕਰ ਸਕਦੇ। ਪਰ ਸਿੱਖ ਵਜੋਂ ਸਾਡੇ 'ਤੇ ਸ਼ਰਤਾਂ ਲਾਗੂ ਨੇ। ਮੈਂ ਇਤਿਹਾਸ 'ਚੋਂ ਦੋ ਗੱਲਾਂ ਕਹਿੰਦਾ ਲਗਭਗ ਸਰਥਾਂ 'ਤੇ ਕਿ ਜਦੋਂ 10ਵੇਂ ਪਾਤਸ਼ਾਹ ਦਮਦਮਾ ਸਾਹਿਬ ਗਏ ਤਾਂ ਭਾਈ ਡੱਲੇ ਨੇ ਕਿਹਾ ਵੀ ਪਾਤਸ਼ਾਹ ਸਾਨੂੰ ਦੇ ਆਗਿਆ ਕਿ ਅਸੀਂ ਵੀ ਮੁਗਲਾਂ ਨਾਲ ਉਹੀ ਕਰੀਏ ਜੋ ਸਾਡੇ ਨਾਲ ਹੋਈ ਹੈ, ਉਹਨਾਂ ਦੇ ਬੱਚੇ ਮਾਰੀਏ, ਉਹਨਾਂ ਦੀਆਂ ਔਰਤਾਂ ਚੁੱਕ ਕੇ ਲੈ ਕੇ ਆਈਏ। ਸਾਖੀਕਾਰ ਲਿਖਦਾ ਕਿ ਸਤਿਗੁਰ ਬੋਲੇ, ਮੋਹੇ ਨੀਚਨ ਕੀ ਰੀਸ ਨਾਹੇ, ਕਿ ਮੈਂ ਉਹਨਾਂ ਦੀ ਕਾਪੀ ਨਹੀਂ ਕਰਨੀ, ਮੈਂ ਉਹਨਾਂ ਦੀ ਨਕਲ ਨਹੀਂ ਕਰਨੀ। ਸਿੱਖ ਦਾ ਆਪਣਾ ਅਸੂਲ ਹੈ। ਦੁਨੀਆ ਕਹਿ ਸਕਦੀ ਹੈ ਕਿ ਜੰਗ ਦੇ ਪਿਆਰ ਸਭ ਕੁਝ ਜਾਇਜ਼ ਹੈ, ਤੁਹਾਨੂੰ ਨਹੀਂ ਕਹਿ ਸਕਦੀ ਆਗਿਆ ਹੀ ਕਹਿਣ ਦੀ ਕਿ ਸਭ ਜਾਇਜ਼ ਹੈ। ਤੁਹਾਡੇ ਸਾਹਮਣੇ ਹੁਣ ਦੀ ਲਹਿਰ ਦੀਆਂ ਮਿਸਾਲਾਂ ਨੇ ਕਿ ਕਈ ਬੰਦੇ ਇਸ ਗੱਲੇ ਬਚ ਗਏ ਕਿ ਉਹਨਾਂ ਨੇ ਬੱਚਿਆਂ ਨੂੰ ਗੋਦ 'ਚ ਲੈ ਲਿਆ, ਜਾਂ ਕਿਸੇ ਨਿਰਦੋਸ਼ ਦੇ ਮਾਰੇ ਜਾਣ ਦੇ ਡਰ ਵਿੱਚੋਂ ਹੀ ਉਹ ਕੰਮ ਹੋਣ ਤੋਂ ਰਹਿ ਗਿਆ। ਹੁਣ ਦੇ ਇਤਿਹਾਸ ਦੀਆਂ ਗਵਾਹੀਆਂ ਨੇ, ਔਰ ਇਹ ਗੱਲ ਸਿੱਧ ਕਰਦੀ ਹੈ ਕਿ ਤੁਸੀਂ ਕਿੰਨਾ ਅਸੂਲਾਂ 'ਤੇ ਚੱਲੋਗੇ। ਜਾਂ ਪਿੱਛੇ ਇੱਕ ਹੋਰ ਸਾਖੀ ਹੈ ਭਾਈ ਸੰਤੋਖ ਸਿੰਘ ਲਿਖਦੇ, ਜਿਹੜੀ ਕਿ ਜਦੋਂ ਅਨੰਦਪੁਰ ਨੂੰ ਆਉਂਦੀ ਇੱਕ ਸੰਗਤ ਨੂੰ ਰੰਗਲਾਂ ਨੇ ਲੁੱਟ ਲਿਆ ਤਾਂ ਸਿੰਘਾਂ ਦਾ ਇੱਕ ਜਥਾ ਭੇਜਿਆ ਪਾਤਸ਼ਾਹ ਨੇ। ਉਹ ਸਿੰਘਾਂ ਨੇ ਜਾ ਕੇ ਹਮਲਾ ਕੀਤਾ ਤਾਂ ਜਿਹੜਾ ਉੱਥੇ ਬੰਦਾ ਕੋਈ ਮੁੱਖ ਸੀਗਾ ਉਹ ਭੱਜ ਗਿਆ, ਤਾਂ ਸਿੰਘਾਂ ਨੇ ਉਹਦਾ ਜਿਹੜਾ ਪਰਿਵਾਰ ਸੀ, ਜਿਹੜਾ ਡੋਲਾ ਸੀ, ਉਹ ਕਾਬੂ ਕਰ ਲਿਆ। ਕੁਝ ਜਿਹੜੇ ਸਧਾਰਨ ਬਿਰਤੀ ਦੇ ਲੋਕ ਸੀਗੇ, ਇਹ ਹਰ ਯੁੱਗ 'ਚ ਹੁੰਦੇ ਜਿਹੜੇ, ਉਹ ਕਹਿੰਦੇ ਆਪਾਂ ਹਿਸਾਬ ਬਰਾਬਰ ਕਰੀਏ, ਸਾਡੀਆਂ ਔਰਤਾਂ ਦੀ ਬੇਪਤੀ ਕੀਤੀ ਹੈ। ਜਿਹੜੇ ਸੰਜੀਦਾ ਸਿੰਘ ਸੀ ਉਹ ਕਹਿੰਦੇ ਵੀ ਗੁਰੂ ਦਾ ਹੁਕਮ ਨਹੀਂ ਹੈਗਾ। ਉਹਨਾਂ 'ਚ ਰੌਲਾ ਹੋਇਆ ਤਾਂ ਉਹ ਉਸ ਤਰ੍ਹਾਂ ਹੀ ਸਮੇਤ ਡੋਲੇ ਦੇ ਗੁਰੂ ਦਰਬਾਰ ਚਲੇ ਗਏ। ਕਵੀ ਨੇ ਲਿਖਿਆ ਕਿ ਜਦੋਂ ਉਹਨਾਂ ਨੇ ਗੁਰੂ ਸਾਹਿਬ ਅੱਗੇ ਪ੍ਰਸ਼ਨ ਰੱਖਿਆ ਵੇ ਅਸੀਂ ਕੀ ਕਰੀਏ ਇਹਨਾਂ ਨਾਲ, ਤਾਂ ਉਹਨੂੰ ਕਵੀ ਕਿਵੇਂ ਕਹਿੰਦਾ ਕਿ ਸੁਣ ਕਰ ਸਤਿਗੁਰ ਬੋਲੇ ਐਸੇ ਗਰਜਤ ਹੈ ਜਲਤ ਜੈਸੇ, ਕਿ ਜਦੋਂ ਇਹ ਗੱਲ ਪੁੱਛੀ ਗਈ ਗੁਰੂ ਸਾਹਿਬ ਜਿਵੇਂ ਬੱਦਲ ਗਰਜਦਾ, ਸਤਿਗੁਰੇ ਆਖਿਆ ਸਵੇਰੇ
ਹਮਲੇ ਜਾਨੋ ਪੰਥ ਉਚੇਰੇ। ਸਾਖੀਆਂ ਦਾ ਮਤਲਬ ਇਹ ਹੈ ਕਿ ਸਾਡੇ ਸਾਹਮਣੇ ਕਿਹੜਾ ਮਾਪਦੰਡ ਸਿੱਧ ਕੀਤਾ ਗਿਆ ਹੈ, ਸਾਨੂੰ ਕਿਹੜੇ ਅਸੂਲ ਦੱਸੇ ਗਏ ਨੇ। ਐਨ ਉਸ ਮੌਕੇ ਜਦੋਂ ਨੈਕ ਟੂ ਨੈਕ ਫਾਈਟ ਕਹਿੰਦੇ ਜਿਹਨੂੰ ਆਪਾਂ, ਜਦੋਂ ਯੁੱਧ ਮੱਚਿਆ ਹੋਇਆ ਉਦੋਂ ਵੀ ਤੁਸੀਂ ਇੱਕ ਕਿਰਦਾਰ ਦਾ ਪੱਲਾ ਨਹੀਂ ਛੱਡਣਾ। ਤੁਹਾਡੇ 'ਤੇ ਸ਼ਰਤਾਂ ਆਇਦ ਨੇ। ਜਦੋਂ ਅਸੀਂ ਗੱਲ ਕਰਦੇ ਹਾਂ, ਵਿਚਾਰ ਕਰਦੇ ਹਾਂ, ਉਦੋਂ ਵੀ ਪੱਲਾ ਨਹੀਂ ਛੱਡਣਾ। ਸਾਡੇ ਅੱਗੇ ਇੱਕ ਬਾਣੀ ਹੈ ਜਿਹਦੇ ਨਾਂ 'ਚ ਗੋਸ਼ਟ ਆਉਂਦਾ, ਸਿੱਧ ਗੋਸ਼ਟ, ਕਿ ਰੋਸ ਨਾ ਕੀਜੈ ਤਰਤੀਜੈ। ਜਦੋਂ ਗੱਲ ਕਰਨੀ ਹੈ ਤਾਂ ਉਹਦਾ ਪ੍ਰਸੰਗ ਸਮਝਣਾ ਹੈ, ਨਾਲ ਸ਼ਬਦਾਂ ਨੂੰ ਸੋਚ ਕੇ ਬੋਲਣਾ ਹੈ। ਇਹ ਗੱਲਾਂ ਤਾਂ ਚੱਲਣਗੀਆਂ ਜੇ ਪਹਿਲਾਂ ਸਾਡੇ ਅਗਲੀ ਜਿਹੜੀ ਪੀੜ੍ਹੀ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਜਾਂ ਜਿਹੜੀ ਗੱਲ ਕਰਨਾ ਚਾਹੁੰਦੇ ਹਾਂ ਪੰਜਾਬੀ ਆਉਂਦੀ ਹੋਊਗੀ। ਉਦੋਂ ਅੱਗੇ ਗੁਰਬਾਣੀ ਨੂੰ ਪੜ੍ਹਨ ਦਾ ਅਭਿਆਸ ਹੋਊਗਾ। ਮੈਂ ਗੁਰਬਾਣੀ ਵਿਆਕਰਨ 'ਤੇ 5-7 ਸਾਲ ਲਾ ਕੇ ਜੋ ਸਿੱਖਿਆ ਉਹ ਤੁਹਾਡੇ ਸਾਹਮਣੇ ਦੱਸਦਾ ਮੈਂ, ਕਿ ਅਸੀਂ ਸਾਰੇ ਗੁਰਸਿੱਖ ਹੋਣ ਦੇ ਨਾਤੇ ਜਿਉਂਦੇ ਪਏ ਹਾਂ ਜਾਂ ਜਿਉਣ ਦਾ ਦਾਅਵਾ ਕਰਦੇ ਹਾਂ। ਪਰ ਇੱਕ ਅਭਿਆਸ ਕਰਕੇ ਦੇਖੋ ਕਿ ਕੋਈ ਪਾਠ ਹੋ ਰਿਹਾ ਕਿਤੇ ਵੀ ਤੁਸੀਂ ਸੁਣਦੇ ਪਏ ਹੋ, ਤੁਸੀਂ ਉਹਨੂੰ ਸੁਣ ਕੇ ਸ਼ੁੱਧ ਲਿਖ ਸਕਦੇ ਹੋ? ਗੁਰਬਾਣੀ ਜਿੱਦਾਂ ਬੋਲੀ ਜਾ ਰਹੀ ਹੈ ਤੁਸੀਂ ਉਹਨੂੰ ਸੁਣ ਕੇ ਸ਼ੁੱਧ ਲਿਖ ਸਕਦੇ ਹੋ? ਸਾਡੇ 'ਚੋਂ ਕਿੰਨੇ ਹੋਣਗੇ? ਮਤਲਬ ਜੇ ਨਹੀਂ ਲਿਖ ਸਕਦੇ ਤਾਂ ਗੱਲ ਸਾਫ਼ ਹੈ ਕਿ ਅਸੀਂ ਗੁਰਬਾਣੀ ਦੀ ਭਾਸ਼ਾ ਨੂੰ ਓਨਾ ਨਹੀਂ ਜਾਣਦੇ ਜਿੰਨਾ ਜਾਣਨਾ ਚਾਹੀਦਾ ਹੈ, ਜਿੰਨੇ ਦੀ ਲੋੜ ਹੈ। ਅੱਜ ਤੋਂ ਸਦੀਆਂ ਪਹਿਲਾਂ ਜਦੋਂ ਵੇਦਾਂ ਦੇ ਬਾਰੇ 'ਚ ਗੱਲ ਚੱਲੀ ਕਿ ਵੇਦਾਂ ਨੂੰ ਪੜ੍ਹਿਆ ਕਿੱਦਾਂ ਜਾਏ, ਤਾਂ ਅਗਲਿਆਂ 6 ਸ਼ਰਤਾਂ ਘੜੀਆਂ ਕਿ ਬੰਦੇ ਨੂੰ ਕਵਿਤਾ ਦੀ ਸਮਝ ਹੋਵੇ, ਬੰਦੇ ਨੂੰ ਵਿਆਕਰਨ ਦੀ ਸਮਝ ਹੋਵੇ। ਉਹ ਸਾਡੇ 'ਤੇ ਵੀ ਲਾਗੂ ਨੇ। ਅਸੀਂ ਗੁਰਬਾਣੀ ਸਮਝਣੀ ਹੈ ਤਾਂ ਸਾਨੂੰ ਪਤਾ ਹੋਵੇ ਕਿ ਜੋ ਕਵਿਤਾ ਦਾ ਇਹਦੇ 'ਚ ਅਭਿਆਸ ਆ ਰਿਹਾ ਹੈ ਉਹਦੀ ਸਾਨੂੰ ਸਮਝ ਹੋਵੇ ਤਾਂ ਗੁਰਬਾਣੀ ਸਾਨੂੰ ਵੱਧ ਸਮਝ ਪੈਂਦੀ ਹੈ। ਜਿੱਥੇ ਅਲੰਕਾਰ ਵਰਤੇ ਹੋਏ ਨੇ ਗੱਲਾਂ ਸਮਝ ਆ ਸਕਦੀਆਂ ਨੇ, ਜੇ ਮੁਹਾਵਰੇ ਦੀ ਸਮਝ ਪੈਂਦੀ ਹੋਵੇ ਗੱਲਾਂ ਸਮਝ ਆ ਸਕਦੀਆਂ ਨੇ। ਜਿਹੜੇ ਲੋਕ ਹੁਣ ਅੰਗਰੇਜ਼ੀ ਤੋਂ ਪੰਜਾਬੀ ਕਰਦੇ ਆ, ਪੰਜਾਬੀ ਤੋਂ ਅੰਗਰੇਜ਼ੀ ਕਰਦੇ ਆ, ਜਦੋਂ ਉਹ ਮੁਹਾਵਰਾ ਨਹੀਂ ਜਾਣਦੇ ਹੁੰਦੇ ਤਾਂ ਗੱਲ ਦੀ ਹਾਸੀ ਕਿਵੇਂ ਉੱਡ ਜਾਂਦੀ ਹੈ ਤੁਹਾਨੂੰ ਸਭ ਨੂੰ ਪਤਾ ਹੋਣਾ। ਇੱਕ ਪੰਕਤੀ ਹੈ, ਹਾਟੀ ਵਾਟੀ ਰਹੇ ਨਿਰਾਲੇ ਰੂਖ ਬਿਰਖ ਉਦਿਆਨੇ। ਗੁਰਬਾਣੀ ਦੀ ਪੰਕਤੀ ਹੈ ਇਹ। ਹਾਟੀ ਵਾਟੀ ਰਹਿਣਾ ਉਹਨਾਂ ਵੇਲਿਆਂ ਦਾ ਮੁਹਾਵਰਾ ਹੈ, ਅਤੇ ਸਾਡੇ ਇੱਕ ਵਿਦਵਾਨ ਨੇ ਇਹਦੀ ਅੰਗਰੇਜ਼ੀ ਕੀਤੀ। ਹਾਟੀ ਨੂੰ ਹੱਟ ਕਰ ਲਿਆ, ਆਪੇ ਉਹਦਾ ਮੌਲ ਬਣਾ ਲਿਆ। ਬਾਟੀ ਨੂੰ ਬਾਟ ਕਰ ਲਿਆ, ਬਾਟ ਤੋਂ ਰੋਡ, ਰੋਡ ਤੋਂ ਹਾਈਵੇ। ਠੀਕ। ਰੂਖ ਬਿਰਖ ਉਦਿਆਨੇ ਨੂੰ ਆਪੇ ਹੀ ਫੋਰੈਸਟ ਕਰ ਲਿਆ, ਜੰਗਲ ਕਰ ਲਿਆ। ਹੁਣ ਉੱਥੇ ਪੰਕਤੀ 'ਚ ਜਿਹੜੇ ਉਹ 4 ਸ਼ਬਦ ਨੇ ਉਹਨਾਂ ਦਾ ਪ੍ਰਸੰਗ ਕਿੱਡਾ ਵੱਡਾ ਹੈ। ਉੱਥੇ ਇੱਕ ਮੁਹਾਵਰਾ ਹੈ ਹਾਟੀ ਬਾਟੀ ਵਾਲਾ। ਬਾਟੀ ਮੇਣੇ ਸਾਡੇ ਕਈ ਸੱਜਣਾ ਨੇ ਬਾਟ ਸਮਝ ਕੇ ਮਲਵਈਆਂ ਵਾਂਗੂ ਉਹਨੂੰ ਆਪਣੇ ਆਪ ਹੀ ਰਾਹ ਕਰ ਲਿਆ। ਇਹ ਨਹੀਂ ਸੋਚਿਆ ਕਿ ਪ੍ਰਸੰਗ ਕੀ ਹੈ। ਉੱਥੇ ਬਾਟੀ ਜੋ ਮੈਨੂੰ ਸਮਝ ਆਉਂਦਾ ਹੈ ਉਹ ਬਾਟਿਕਾ ਜਿਹੜਾ ਹਿੰਦੀ 'ਚ ਆਉਂਦਾ ਹੈ ਘਰ ਹੈ। ਜੋਗੀਆਂ ਨਾਲ ਗੱਲ ਹੋ ਰਹੀ ਹੈ, ਜੋਗੀ ਆਪਣਾ ਲੌਜਿਕ ਦੇ ਰਹੇ ਆ, ਆਪਣੀ ਦਲੀਲ ਦੱਸ ਰਹੇ ਨੇ ਕਿ ਅਸੀਂ ਘਰਾਂ ਤੋਂ ਸੰਸਾਰ ਤੋਂ ਦੂਰ ਰਹਿੰਦੇ ਹਾਂ, ਕਿਉਂ ਜੋਗੀ ਘਰ ਤੋਂ ਵਿਰੋਧ 'ਚ ਹੈ ਨਾ। ਇਸ ਕਰਕੇ ਬਾਟੀ ਦੇ ਸ਼ਬਦ ਅਰਥ ਦੇ ਜਿਹੜੇ ਉੱਥੇ ਪ੍ਰਸੰਗ ਤੋਂ ਬਿਨਾਂ ਸਮਝ ਨਹੀਂ ਆਉਂਦੇ। ਔਰ ਇੱਦਾਂ ਅਣਗਿਣਤ ਮਿਸਾਲਾਂ ਹੋ ਸਕਦੀਆਂ ਨੇ ਜਿਹੜੀਆਂ ਮੈਂ ਨਹੀਂ ਜਾਣਦਾ, ਉਹ ਵੀ ਬੜੀਆਂ ਨੇ। ਪਰ ਮੇਰਾ ਜ਼ੋਰ ਇਸੇ ਗੱਲ 'ਤੇ ਹੈ ਕਿ ਪਹਿਲਾਂ ਬੋਲੀ ਹੈ, ਫਿਰ ਜੋ ਕੁਛ ਵਾਪਰਦਾ ਹੈ ਉਹਦਾ ਪ੍ਰਸੰਗ ਹੈ। 84 ਦੇ ਬਾਰੇ 'ਚ, ਜੂਨ ਦੇ ਬਾਰੇ 'ਚ, ਨਵੰਬਰ ਦੇ ਬਾਰੇ 'ਚ ਅਸੀਂ ਇਹ ਸ਼ਬਦ ਪੱਕੇ ਕਰ ਲਏ ਵਰਤਣੇ। ਸ਼ੁਰੂ 'ਚ ਕੀ ਲੋਕਾਂ ਨੇ ਆਪਰੇਸ਼ਨ ਬਲੂ ਸਟਾਰ ਕਿਹਾ, ਦਿੱਲੀ ਦੰਗੇ ਕਹੇ, ਅਸੀਂ ਅੱਗੇ ਆ ਗਏ ਹਾਂ
ਘੱਲੂਘਾਰਾ ਕਹਿਣ ਲੱਗ ਗਏ ਆ, ਉਧਰ ਕਤਲੇਆਮ ਕਹਿਣ ਲੱਗ ਗਏ ਆ। ਹਾਲੇ ਵੀ ਗੱਲ ਬੜੀ ਦੂਰ ਹੈ ਜੀ। ਕੋਈ ਸਾਡਾ ਬੰਦਾ ਜੂਨ 84 ਦੀ ਗੱਲ ਕਰਦੇ ਆ, ਕਿੰਨੇ ਸਾਡੇ ਬੰਦੇ ਜਿਹੜੇ ਪੰਚਮ ਪਾਤਸ਼ਾਹ ਦੀ ਸ਼ਹੀਦੀ ਦੀ ਗੱਲ ਨਾਲ ਕਰਦੇ ਆ। ਸਾਨੂੰ ਸਭ ਨੂੰ ਪਤਾ ਹੈ ਕਿ ਉਸ ਦਿਨ ਉਹ ਦਿਹਾੜਾ ਸੀਗਾ। ਅਸੀਂ ਹੁਣ ਦੇ ਇਤਿਹਾਸ ਨੂੰ ਪੁਰਾਣੇ ਇਤਿਹਾਸ ਨਾਲੋਂ ਅੱਡ ਕਰਤਾ, ਔਰ ਉਹਦਾ ਨਾਂ ਜੂਨ ਧਰਿਆ, ਉਹਦਾ ਨਾਂ 84 ਧਰਿਆ। ਇਹ ਸਾਲ, ਇਹ ਮਹੀਨਾ ਸਿੱਖਾਂ ਦਾ ਨਹੀਂ ਹੈ। ਇਹ ਨਾਂ ਇੱਥੋਂ ਗਏ ਨੇ ਜੀ। ਤੁਹਾਡੇ ਕੋਈ ਮਹੀਨੇ ਹੋਰ ਸੀਗੇ। ਸਾਡੇ ਕੈਲੰਡਰ ਦਾ ਰੌਲਾ ਪੈਂਦਾ ਹੈ। ਕਈ ਲੋਕ ਨਾਰਾਜ਼ ਨੇ, ਪੰਥ 'ਚ ਏਕਤਾ ਨਹੀਂ ਹੁੰਦੀ। ਉਹ ਭਾਈ ਖੁਸ਼ੀ ਵਾਲੀ ਗੱਲ ਤਾਂ ਸਮਝੋ ਕਿ ਆਖਰ ਤੁਹਾਡਾ ਕੈਲੰਡਰ ਬਣਿਆ, ਤੁਹਾਡਾ ਆਪਣਾ ਬਣਿਆ। ਕੋਈ ਨਹੀਂ, 2 ਨੇ 3 ਨੇ, ਬਾਲਾ ਚਿਰ ਨਹੀਂ ਰਹਿਣੇ, ਅਖੀਰ ਨੂੰ ਇੱਕ ਹੋ ਜਾਣਗੇ। ਪਰ ਗੱਲ ਦਾ ਮੁੱਲ ਸਮਝੋ ਕਿ ਤੁਹਾਡੇ ਆਪਣੇ ਨਾਂ ਤੁਹਾਡੇ ਘਰ ਆਏ ਨੇ। ਤੁਸੀਂ ਵੀ ਕਦੇ ਚੇਤ ਵਿਸਾਖ ਜੇਠ ਹਾੜ ਦੀਆਂ ਗੱਲਾਂ ਕਰੋਗੇ। ਤੁਸੀਂ ਵੀ ਕਦੇ ਨਾਨਕ ਸ਼ਹੀ ਸ਼ਮਤ ਨੂੰ ਵਿੱਚ ਜੋੜੋਗੇ। ਹਾਲੇ ਅਸੀਂ 84 ਕਹਿੰਦੇ ਹਾਂ। ਇਹ ਨਾਂ ਮੈਂ ਕਹਿੰਦਾ ਮਾੜਾ ਨਹੀਂ ਹੈ, ਪਰ ਜਦੋਂ ਸੱਚੀ ਮੁੱਚੀ ਗੱਲ ਸਮਝਣੀ ਹੈ ਤਾਂ ਸਾਡਾ ਪੱਲਾ ਪੂਰਾ ਨਹੀਂ ਕਰਦਾ। ਮੈਨੂੰ ਕਿਹਾ ਗਿਆ, ਮੈਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਪ੍ਰਧਾਨ ਹਾਂ। ਇਹ ਗੱਲ ਵੇਖਣ ਵਾਲੀ ਹੈ ਕਿ ਸਾਰਾ ਨਾਂ ਅੰਗਰੇਜ਼ੀ ਦਾ ਹੈ। ਇੱਕ ਸਦੀ ਤੋਂ ਅਸੀਂ ਅੰਗਰੇਜ਼ੀ ਦੇ ਪਰਛਾਵੇਂ ਥੱਲੇ ਹਾਂ। ਜਿੰਨਾ ਚਿਰ ਆਪਣੀ ਬੋਲੀ ਦਾ ਮਾਣ ਨਹੀਂ ਹੁੰਦਾ, ਗੁਰੂ ਦਾ ਜਿਹੜਾ ਸਰੂਪ ਹੈ ਉਹ ਪੂਰਾ ਨਜ਼ਰ ਨਹੀਂ ਆਏਗਾ। ਜ਼ੋਰ ਲਾ ਲਿਓ, ਨਾ ਗੁਰਬਾਣੀ ਪੂਰੀ ਤਰ੍ਹਾਂ ਸਮਝ ਆਏਗੀ। ਅਕਲ ਜਿੰਨੀ ਮਰਜ਼ੀ ਵਰਤ ਲਿਓ, 10 ਲੋਕਾਂ ਨੂੰ ਜਿੰਨਾ ਮਰਜ਼ੀ ਲਿਓ ਕਿ ਮੇਰੀ 8 ਘੰਟੇ ਸਮਾਧੀ ਹੈ, 10 ਘੰਟੇ ਸਮਾਧੀ ਹੈ। ਆਖਰ ਗੁਰੂ ਨੇ ਜਿਹੜੇ ਅੱਖਰ ਚੁਣੇ ਹੈ, ਕੋਈ ਤਾਂ ਗੱਲ ਹੋਣੀ ਹੈ ਕਿ ਨਹੀਂ ਹੋਣੀ। ਦੁਨੀਆ 'ਚ ਜਿੱਥੇ ਵੀ ਗਿਆਨ ਉਤਰਦਾ ਸਹੀ ਹੱਥਾਂ 'ਚ, ਭਾਸ਼ਾ ਬਦਲਦੀ ਹੈ, ਅੱਖਰ ਬਦਲਦੇ ਨੇ। ਵੇਦਾਂ ਦਾ ਪੈਂਡਾ ਦੇਵਨਾਗਰੀ ਅੱਖਰ ਹੈ, ਭਾਸ਼ਾ ਸੰਸਕ੍ਰਿਤ ਦੀ ਹੈ। ਮਹਾਤਮਾ ਬੁੱਧ ਦਾ ਪਾਲੀ ਦਾ ਪੈਂਡਾ ਹੈ, ਇਸਲਾਮ ਵਾਲਿਆਂ ਦਾ ਅਰਬੀ ਦਾ ਹੈ। ਇੱਥੋਂ ਵਾਲਿਆਂ ਦਾ ਵੀ ਗਵਾਚ ਗਿਆ। ਪਿੱਛੇ ਖਬਰ ਛਪੀ ਸੀ ਕੁਝ ਸਾਲ ਪਹਿਲਾਂ ਕਿ ਜਿਹੜੀ ਈਸਾ ਮਸੀਹ ਦੀ ਬੋਲੀ ਸੀ, ਉਹਦਾ ਆਖਰੀ ਬੁਲਾਰਾ ਮਰ ਗਿਆ ਸੋਮਾਲੀਆ 'ਚ। ਅਨੁਵਾਦ ਹੋ ਕੇ ਤੁਹਾਨੂੰ ਮਿਲ ਗਿਆ, ਪਰ ਇਹ ਦੂਜੇ ਦਰਜੇ ਦਾ ਸਵਾਦ ਹੈ। ਸਾਡੇ ਬੰਦੇ ਗੁਰਬਾਣੀ ਦੇ ਅਰਥ ਅੰਗਰੇਜ਼ੀ ਪੜ੍ਹਦੇ ਆ। ਇੱਥੇ ਲੱਗਿਆ ਹੋਇਆ ਸੀ ਹੁਣੇ ਪੋਸਟਰ ਮੇਰੇ ਸਾਹਮਣੇ ਵੀ ਰਾਜ ਕਰੇਗਾ ਖਾਲਸਾ। ਰਾਜ ਕਰੇਗਾ ਖਾਲਸਾ ਲਿਖਤਾ ਲਿਆ, ਪਰ ਅੱਖਰ ਰੋਮਨਾਂ ਦੇ ਨੇ। ਰੋਮਨਾਂ ਦੀ ਬਾਦਸ਼ਾਹ ਟੁੱਟਿਆਂ ਸਦੀਆਂ ਹੋ ਗਈਆਂ, ਪਰ ਦੁਨੀਆ ਅੱਜ ਵੀ ਰੋਮਨਾਂ ਦੇ ਅਸਰ ਥੱਲੇ ਹੈ, ਕਿਉਂਕਿ ਰੋਮਨਾਂ ਦੇ ਅੱਖਰ ਚੱਲਦੇ ਆ। ਹਾਲੇ ਰੋਮਨਾਂ ਦੇ ਘਰਾਂ ਦਾ ਆਈ, ਰੋਮਨਾਂ ਦੇ ਸੱਭਿਆਚਾਰਕ ਨੇ ਉਹਨਾਂ ਅੱਖਰਾਂ 'ਚ ਲੁਕੇ ਹੋਏ ਨੇ, ਉਹਨਾਂ ਦੀ ਤਰਤੀਬ 'ਚ ਲੁਕੇ ਹੋਏ ਨੇ। ਅੱਖਰ ਸਭ ਤੋਂ ਵੱਧ ਮੁੱਲ ਰਖਾਉਂਦੇ ਹੈ ਬੰਦੇ ਦੀ ਜ਼ਿੰਦਗੀ 'ਚ। ਹਿੰਦੁਸਤਾਨ ਦੇ ਇਹਨਾਂ ਇਲਾਕਿਆਂ 'ਚ ਪੁਰਾਣੀ ਸੱਭਿਅਤਾ ਨਿਕਲੀ, ਉਹਦੇ ਅੱਖਰਾਂ ਨੂੰ ਪੜ੍ਹਿਆ ਨਹੀਂ ਗਿਆ, ਕਿਉਂਕਿ ਜੇ ਅੱਖਰ ਉੱਠ ਖੜੇ ਤਾਂ ਬਹੁਤ ਵੱਡਾ ਇਤਿਹਾਸ। ਜਿੰਨਾ ਚਿਰ ਤੁਸੀਂ ਅੱਖਰਾਂ ਦੇ ਸੰਗ ਹੋ, ਸਾਨੂੰ ਕਈਆਂ ਨੂੰ ਲੱਗਦਾ ਕਿ ਅਸੀਂ 84 'ਚ ਵਾਪਰਿਆ ਜੋ ਉਹਦੇ ਕਰਕੇ ਬਚੇ ਹਾਂ, ਪਰ ਮੈਂ ਸਮਝਦਾ ਇਸ ਤੋਂ ਪਹਿਲਾਂ ਇੱਕ ਵੱਡੀ ਗੱਲ ਹੈ ਕਿ ਹਾਲੇ ਤੱਕ ਅਸੀਂ ਗੁਰਮੁਖੀ ਅੱਖਰਾਂ ਦੇ ਨਾਲ ਜੁੜੇ ਹੋਏ ਹਾਂ। ਨਹੀਂ ਤਾਂ ਉਹ ਵੇਲਾ ਵੇਖੋ 1880 90 ਦਾ, ਦਰਬਾਰ ਸਾਹਿਬ ਦੀ ਪਰਿਕਰਮਾ ਮੂਰਤੀਆਂ ਆ ਗਈਆਂ ਸੀਗੀਆਂ ਕਿ ਨਹੀਂ? ਆ ਗਈਆਂ ਸੀਗੀਆਂ। ਕੂਕ ਲਹਿਰ ਵੇਲੇ ਅੰਗਰੇਜ਼ਾਂ ਨੇ ਸਿੱਖ ਕਿਵੇਂ ਪਛਾਣੇ ਪਤਾ ਹੈ? ਜਾ ਕੇ ਵੇਖੋ, ਜਿਹਦੇ ਲੱਕ ਤੇ ਨਿਸ਼ਾਨ ਹੈ ਨਾਲੇ ਦਾ, ਉਹ ਸਿੱਖ ਹੈ। ਮਤਲਬ ਅੰਮ੍ਰਿਤਧਾਰੀ ਬੰਦੇ ਬਿਰਲੇ ਹੀ ਸੀਗੇ। ਅਸੀਂ ਜੇ ਮਰਨ ਦੇ ਨੇੜਿਓਂ ਮੁੜ ਮੁੜ ਕੇ ਆਏ ਹਾਂ ਤਾਂ
ਅੱਖਰਾਂ ਕਰਕੇ ਆਏ ਹਾਂ। ਗੁਰਬਾਣੀ ਸ਼ਬਦ ਗੁਰੂ ਜਿਹੜੇ ਰੂਪ 'ਚ ਹਾਜ਼ਰ ਹੈ, ਉਹ ਰੂਪ ਸਾਡੇ ਕੋਲ ਸਲਾਮਤ ਹੈ ਅਤੇ ਅਸੀਂ ਸਲਾਮਤ ਹਾਂ। ਪਰ ਇਹ ਸਲਾਮਤੀ ਮਿਹਨਤ ਮੰਗਦੀ ਹੈ, ਬਹੁਤ ਮਿਹਨਤ ਮੰਗਦੀ ਹੈ। ਦੁਨੀਆ ਦਾ ਜਿਹੜਾ ਮਰਜ਼ੀ ਗਿਆਨ ਸਿੱਖੋ, ਜਰਮਨ 'ਚ, ਫਰੈਂਚ 'ਚ, ਅੰਗਰੇਜ਼ੀ 'ਚ, ਮੈਂ ਰੋਕਦਾ ਨਹੀਂ, ਉਹ ਕੋਈ ਮਾੜਾ ਨਹੀਂ। ਸਭੈ ਦੇ ਭਾਸ਼ਾ ਸਭੈ ਦੇ ਬਾਣੀ। ਪਰ ਗੱਲ ਇਹ ਹੈ ਕਿ ਸਾਨੂੰ ਜਿਹੜਾ ਗੁਰੂ ਵੱਲੋਂ ਗਿਆਨ ਹਾਜ਼ਰ ਹੋਇਆ, ਜਿੰਨਾ ਅੱਖਰਾਂ 'ਚ ਹੋਇਆ, ਜਿੰਨਾ ਬੋਲਾਂ 'ਚ ਹੋਇਆ, ਉਹਦੇ ਬਿਨਾਂ ਸਾਡੀ ਕੀਮਤ ਕੋਈ ਨਹੀਂ ਹੈਗੀ। ਅਸੀਂ ਗੱਲਾਂ ਜੋ ਕਰਦੇ ਹਾਂ ਹੁਣ ਦੇ ਇਤਿਹਾਸ ਬਾਰੇ, ਪੁਰਾਣੇ ਇਤਿਹਾਸ ਬਾਰੇ, ਉਹਦੇ 'ਚੋਂ ਉਹ ਸ਼ਬਦ ਹਟਾ ਦਈਏ ਜਿਹੜੇ ਸਾਡਾ ਨੁਕਸਾਨ ਕਰਦੇ ਨੇ। ਇਤਿਹਾਸ ਦੀ ਵਿਆਖਿਆ ਹਰ ਯੁੱਗ 'ਚ ਲੋਕਾਂ ਦੀ ਬਦਲਦੀ ਹੈ, ਹਰ ਯੁੱਗ 'ਚ ਬਦਲਿਆ। ਹੁਣ ਪਿੱਛੇ ਜਿਹੜੀ ਸਰਕਾਰ ਬਣੀ ਹਿੰਦੁਸਤਾਨ ਦੀ, ਉਹਨਾਂ ਨੇ ਬਿਆਨ ਦਿੱਤਾ ਹੈ ਕਿ ਮੁੜ ਕੇ ਇਤਿਹਾਸ ਲਿਖਿਆ ਜਾਏਗਾ, ਮਤਲਬ ਉਹਨਾਂ ਦੀ ਲੋੜ ਦੇ ਮੁਤਾਬਕ ਲਿਖਿਆ ਜਾਏਗਾ। ਮੈਂ ਸਿਰਫ ਇੰਨਾ ਹੀ ਕਹਿਣਾ ਕਿ ਹਾਲੇ ਭਾਸ਼ਾ ਅਸੀਂ ਗੁਰੂ ਦੇ ਆਸ਼ੇ ਮੁਤਾਬਕ ਵਰਤ ਲਈਏ। ਜਿੰਨੀਆਂ ਸਾਖੀਆਂ ਨੇ ਉਹ ਦੁਬਾਰੇ ਸਮਝ ਲਈ ਕਿ ਪੈਂਦੇ ਖਾਨ ਗਦਾਰ ਨਿਕਲਿਆ, ਤਦ ਵੀ ਗੁਰੂ ਨੇ ਗੁੱਸੇ ਨਾਲ ਨਹੀਂ ਮਾਰਿਆ ਕਿ ਭਾਈ ਤੈਨੂੰ ਕਿੰਨਾ ਸਿਖਾਇਆ ਸੀ, ਬਾਹਰ ਇੱਦਾਂ ਕਰੀਦਾ, ਇੱਦਾਂ ਕਰੀਦਾ। ਓਨਾ ਸੰਜਮ, ਓਨੀ ਉੱਚਤਾ ਮੰਗ ਕਰਦੀ ਸਾਡੇ ਤੋਂ। ਨਹੀਂ ਹੁਣ ਤੁਸੀਂ ਦੇਖੋ ਕਿ ਤੁਹਾਡਾ ਇੱਥੇ ਕਿੱਦਾਂ ਦਾ ਵਰਤੋਂ ਵਿਹਾਰ ਹੈ ਆਪਣਾ। ਅਸੀਂ ਆਪਣੀ ਗੱਲਬਾਤ 'ਚੋਂ ਕਿੰਨੇ ਸ਼ਬਦ ਅੰਗਰੇਜ਼ੀ ਵਰਤਦੇ ਹਾਂ, ਹਿੰਦੀ ਵਰਤਦੇ ਹਾਂ, ਗੱਲ ਕਰਦੇ ਹਾਂ, ਸਾਡੀ ਜ਼ੁਬਾਨ ਕਿ ਅੜਕਦੀ ਉਕਦੀ ਹੈ, ਸਾਡੇ ਤੋਂ ਭਾਸ਼ਾ ਬੋਲੀ ਨਹੀਂ ਜਾ ਰਹੀ। ਗੁਰਬਾਣੀ ਜਦੋਂ ਸਮਝਣ ਦੇ ਨੇੜੇ ਹੋਵਾਂਗੇ, ਇਤਿਹਾਸ ਆਪਣੇ ਆਪ ਸਾਫ਼ ਰੂਪ 'ਚ ਸਮਝ ਆਵੇਗਾ। ਮੈਂ ਬੜੇ ਸੱਜਣਾਂ ਨੂੰ ਬੇਨਤੀ ਕਰਦਾ ਕਿ ਕਈ ਸੱਜਣ ਕਹਿੰਦੇ ਵੀ ਸਾਡਾ ਸਿਧਾਂਤ ਦੀ ਕਸਵੱਟੀ ਹੈ ਗੁਰਮਤਿ ਦੀ, ਹੈ ਨਾ, ਪਰ ਹੁਣ ਸਿਧਾਂਤ ਆਉਂਦਾ ਕਿੱਥੋਂ ਭਲਾ? ਜਿਹੜੇ ਸਿਧਾਂਤ ਕਹਿੰਦੇ ਨੇ ਉਹ ਆਪਣੇ ਕੋਲੋਂ ਗੱਲ ਕਹਿ ਲੈਂਦੇ ਆ, ਸੋਚਦੇ ਨਹੀਂ ਪਹਿਲਾਂ। ਮੈਂ ਕਹਿੰਦਾ ਵੀ ਅਸੀਂ ਇਤਿਹਾਸ ਬਾਰੇ ਇੱਕ ਸੌਖਾ ਨਜ਼ਰੀਆ ਰੱਖ ਸਕਦੇ ਹਾਂ। ਅਸੀਂ ਰੋਜ਼ ਮੂਲ ਮੰਤਰ ਪੜ੍ਹਦੇ ਹਾਂ, ਉਹਦੇ 'ਚੋਂ ਦੋ ਸ਼ਬਦ ਸਾਨੂੰ ਬੜਾ ਕੁਝ ਦੱਸ ਸਕਦੇ ਆ। ਇੱਕ ਨਿਰਭਉ, ਨਿਰਵੈਰ। ਇਤਿਹਾਸ ਨੂੰ ਇਸ ਰੂਪ 'ਚ ਵੇਖਣਾ ਹੈ। ਜਿੱਥੇ ਜਿੱਥੇ ਸਾਡੀ ਭਾਸ਼ਾ ਬਦਲੇ ਵਾਲੀ ਹੈ, ਸੋਧੇ ਵਾਲੀ ਹੈ, ਸੋਧਣ ਵਾਲੀ ਹੈ, ਉਹ ਠੀਕ ਕਰਨੀ ਚਾਹੀਦੀ ਹੈ। ਢਾਡੀ ਸਿੰਘ ਗਾਉਂਦੇ ਨੇ, ਉਹ ਠੀਕ ਹੈ, ਉਹਦਾ ਪ੍ਰਸੰਗ ਹੈ, ਢਾਡੀ ਦਾ ਜਿਹੜਾ ਕੰਮ ਹੈ ਉਹਦੀ ਹੋਰ ਹੋਏਗੀ। ਪਰ ਜਦੋਂ ਵਿਦਵਾਨ ਵਜੋਂ ਤੁਸੀਂ ਖੜ੍ਹੇ ਹੋ, ਜਦੋਂ ਵਿਚਾਰ ਕਰਦੇ ਹੋ, ਜਦੋਂ ਆਪਣਾ ਬੱਚਾ ਪੜ੍ਹਾ ਰਹੇ ਹੋ, ਦੂਜੇ ਨੂੰ ਦੱਸ ਰਹੇ ਹੋ, ਤੁਹਾਡੀ ਭਾਸ਼ਾ ਸੁਧਰੀ ਹੋਈ ਹੋਏਗੀ, ਬਹੁਤ ਨਿਰਵੈਰ ਦੇ ਘੇਰੇ 'ਚ ਹੋਏਗੀ। ਉਦੋਂ ਤੁਸੀਂ ਐਂ ਨਹੀਂ ਕਹਿ ਸਕਦੇ ਵੀ ਉਹ ਬਾਹਮਣਾ ਬਿੱਲੀ ਕਰਤੀ ਲੀਰਾਂ ਜਮਾ ਨਹੀਂ ਹਿੱਲੀ, ਹੈ ਨਾ, ਵੀ ਤੁਸੀਂ ਸਵਾਦ ਲੈ ਸਕਦੇ ਹੋ ਇਸ ਗੱਲ ਤੋਂ। ਪਰ ਇਹ ਇਤਿਹਾਸ ਨੂੰ ਪੇਸ਼ ਕਰਨ ਦਾ, ਯਾਦ ਕਰਨ ਦਾ ਸਹੀ ਰੂਪ ਨਹੀਂ ਹੈਗਾ। ਮੇਰੀ ਬੇਨਤੀ ਤੁਹਾਡੇ ਸਾਹਮਣੇ ਇੰਨੀ ਹੈ ਕਿ ਇਹ ਗੱਲ ਓਪਰੀ ਲੱਗ ਸਕਦੀ ਹੈ, ਵਾਧੂ ਵੀ ਲੱਗ ਸਕਦੀ ਕਈ ਲੋਕਾਂ ਨੂੰ। ਜੇ ਮੈਨੂੰ ਜਿਵੇਂ ਸਮਝ ਆਈ ਹੈ, ਤੁਹਾਡੇ ਸਾਹਮਣੇ ਮੈਂ ਪੇਸ਼ ਕੀਤੀ ਹੈ। ਕਿ ਇੱਥੇ ਇੱਕ ਗੱਲ ਹੋਰ ਕਰਨੀ ਚਾਹੁੰਦਾ ਤੁਹਾਡੇ ਨਾਲ ਮੈਂ, ਕਿ ਹੁਣ ਨਵਾਂ ਯੁੱਗ ਦੇ 'ਚ ਨੈਟਵਰਕ ਹੈ ਜਿਹੜਾ, ਉਹਦਾ ਖਾਸਾ ਮੁੱਲ ਹੈ, ਅਤੇ ਅਸੀਂ ਉਹਦੇ 'ਤੇ ਜਿਹੜੀ ਵਿਚਾਰਤਾ ਕਰਦੇ ਹਾਂ ਉਹ ਸਾਡੀ ਅਸਲੀ ਹਾਲਤ ਦੱਸਦੀ ਹੈ। ਐਸਾ ਕੋਈ ਪੇਜ ਨਹੀਂ, ਐਸਾ ਕੋਈ ਬੰਦਾ ਨਹੀਂ ਜਿਹੜਾ ਨੈਗੇਟਿਵ ਗੱਲਾਂ ਨਹੀਂ ਕਰਦਾ, ਨਾ ਬਾਚੀ ਨਹੀਂ ਕਰਦਾ, ਜਾਂ ਦੂਜੇ ਦੀ ਚੁਗਲੀ ਨਹੀਂ ਕਰਦਾ। ਇਹ ਹੈਗਾ ਕੀ ਹੈ? ਮੈਨੂੰ ਲੱਗਦਾ ਜੇ ਕੋਈ ਮੇਰੇ ਵਿਰੁੱਧ ਬੋਲ ਪਿਆ ਫਿਰ ਜਾਣੀ ਕਿ ਇਹ ਡਰੇ ਬੰਦੇ ਦਾ ਕੰਮ ਹੈ ਜੀ, ਆਪਣੇ ਆਪ ਨੂੰ ਬਚਾ ਕੇ ਰੱਖਣਾ। ਮੈਂ ਕੁਝ ਸਿੱਖਣਾ ਚਾਹੁੰਦਾ, ਕੁਝ ਕਰਨਾ ਚਾਹੁੰਦਾ, ਤਾਂ ਪਹਿਲੀ ਗੱਲ ਹੈ ਮੈਨੂੰ ਤਿਆਰ ਰਹਿਣਾ ਚਾਹੀਦਾ ਕਿ ਮੇਰੀਆਂ ਘਾਟਾਂ ਜੋ ਦੱਸਣਗੇ ਉਹ ਮੈਂ ਖਿੜੇ ਮੱਥੇ ਮੰਨਾਂ। ਜਦੋਂ ਚੌਂ ਵਰਨਾਂ ਇੱਕ ਵਰਨ ਕਿਰਾਇਆ ਦਾ ਵੇਰਵਾ ਆਉਂਦਾ ਵਾਰ-ਵਾਰ, ਤਾਂ ਲੋਕੀ ਸਮਝਦੇ ਆ ਜਾਤ ਪਾਤ ਮੇਟਤੀ। ਠੀਕ ਹੈ, ਉਹ ਵੀ ਮੇਟਤੀ, ਪਰ ਉਹਦੇ 'ਚ ਅਰਥ ਹੋਰ ਵੀ ਹੈ ਕਿ ਸਿੱਖ ਇੱਕ ਐਸਾ ਮਨੁੱਖ ਹੈ, ਗੁਣ ਚਾਹੀਦੇ ਨੇ
ਉਹ ਬ੍ਰਾਹਮਣ ਵਰਗਾ ਵਿਦਵਾਨ ਵੀ ਚਾਹੀਦਾ ਹੈ, ਉਹ ਖੱਤਰੀ ਵਰਗਾ ਲੜਨ ਵਾਲਾ ਰਾਜ ਕਰਨ ਵਾਲਾ ਚਾਹੀਦਾ ਹੈ, ਉਹ ਵੈਸ਼ ਵਾਂਗ ਵਪਾਰ ਚਲਾ ਸਕਦਾ ਹੋਵੇ, ਪ੍ਰਬੰਧ ਕਰ ਸਕਦਾ ਹੋਵੇ, ਉਹ ਸ਼ੂਦਰ ਵਾਂਗ ਸੇਵਾ ਕਰ ਸਕਦਾ ਹੋਵੇ। ਤੁਹਾਡੇ ਜੋ ਜਿਨ੍ਹਾਂ ਸੱਜਣਾਂ ਨੂੰ ਗਿਆਨ ਹੈ ਪੁਰਾਣੇ ਡੇਰਿਆਂ ਦਾ, ਕਿਸੇ ਵਾਧੂ ਨੂੰ ਇੱਦਾਂ ਹੀ ਅੰਮ੍ਰਿਤ ਨਹੀਂ ਛਕਾਇਆ ਜਾਂਦਾ ਸੀ। ਪਹਿਲਾਂ ਉਦੋਂ ਭਾਂਡੇ ਮੰਜਾਏ ਜਾਂਦੇ ਸੀ, ਜੋੜੇ ਚੜਾਏ ਜਾਂਦੇ ਸੀਗੇ। ਸਿੱਖੀ ਸ਼ੂਦਰ ਵਾਲੇ ਰਾਹ ਤੋਂ ਸ਼ੁਰੂ ਹੁੰਦੀ ਸੀਗੀ। ਹੁਣ ਸਾਡਾ ਦਾਖਲਾ ਸਿੱਧਾ ਹੀ ਵਿਦਵਾਨ ਵਜੋਂ ਹੋ ਜਾਂਦਾ, ਉਹਦੇ 'ਚ ਨੁਕਸਾਨ ਹੈ। ਵੀ ਹਰ ਪੰਕਤੀ ਸਾਨੂੰ ਜਿਹੜਾ ਸੁਨੇਹਾ ਦਿੰਦੀ ਹੈ ਉਹ ਅਸੀਂ ਦੁਬਾਰੇ ਸਮਝਣਾ ਹੈ। ਜਿੰਨਾ ਮੈਨੂੰ ਸਮਝ ਆਇਆ ਮੈਂ ਤੁਹਾਡੇ ਸਾਹਮਣੇ ਦੱਸਿਆ। ਜੇ ਕੁਛ ਗਲਤ ਕਿਹਾ ਗਿਆ ਹੋਵੇ ਤਾਂ ਮੈਂ ਪਹਿਲਾਂ ਮਾफ़ੀ ਮੰਗਦਾ ਕਿ ਆਖਰ ਗੁਰਬਾਣੀ ਅਗਾਧ ਬੋਧ ਹੈ, ਇਤਿਹਾਸ ਬੇਅੰਤ ਹੈ, ਸਾਡਾ ਕੋਈ ਦਾਅਵਾ ਨਹੀਂ ਹੈਗਾ। ਬਸ ਸਿੱਖਣ ਦੇ ਹਿੱਤ ਵਜੋਂ ਮੈਂ ਤੁਹਾਡੇ ਨਾਲ ਗੱਲਾਂ ਕੀਤੀਆਂ ਨੇ। ਹੋ ਸਕਦਾ ਇਹ ਚੰਗੀਆਂ ਲੱਗਦੀਆਂ ਤਾਂ ਤੁਹਾਨੂੰ ਗੁਰੂ ਦੀਆਂ ਜਾਣ ਕੇ ਮੰਨਣੀਆਂ ਚਾਹੀਦੀਆਂ। ਮੇਰਾ ਇਹਦੇ 'ਚ ਕੋਈ ਹਿੱਸਾ ਨਹੀਂ ਹੈਗਾ। ਇੱਕ ਵਿਦਵਾਨ ਨੇ ਕਿਹਾ ਕਿ ਮੈਂ ਤੁਹਾਡੇ ਸਾਹਮਣੇ ਫਸਲ ਦਾ ਕੁਤਰਾ ਕੀਤਾ, ਤੂੜੀ ਤੂੜੀ ਮੇਰੀ ਹੈ, ਦਾਣੇ ਤੁਹਾਡੇ ਨੇ। ਉਹ ਤੂੜੀ ਮੇਰੇ ਹਿੱਸੇ ਦੀ ਹੈ, ਦਾਣੇ ਤੁਹਾਡੇ ਨੇ। ਇੰਨੀਆਂ ਬੇਨਤੀਆਂ ਨਾਲ ਫਤਿਹ ਬੁਲਾਉਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ